हाँ जी स्टूडेंट्स, लास्ट टाइम ਤੁਸੀਂ ਬੌਂਡ ਪੈਰੀਮੀਟਰਸ ਡਿਸਕਸ ਕੀਤੇ ਸੀ ਤੇ ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਪੋਲੈਰਿਟੀ ਆਫ ਬੌਂਡਸ। ਇਹ ਟੌਪਿਕ ਸਿਰਫ ਤੁਹਾਡੇ ਸਮਝਣ ਦੇ ਲਈ ਹੈ। ਇੱਥੇ ਤੁਸੀਂ ਕਾਪੀ ਦੇ ਵਿੱਚ ਇਹਨੂੰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਸਮਝ ਲੈਣਾ ਇੱਥੇ ਜੋ ਤੁਹਾਨੂੰ ਦੱਸਿਆ ਜਾ ਰਿਹਾ, ਕਿਉਂਕਿ ਇਹ ਟੌਪਿਕ ਜੋ ਹੈ ਬਹੁਤ ਇੰਪੋਰਟੈਂਟ ਟੌਪਿਕ ਹੈ, ਜਿਸ ਦੀ ਅੱਗੇ ਨੈਕਸਟ ਕਾਫੀ ਟੌਪਿਕ ਆਉਣਗੇ ਜਾਂ ਹਾਇਰ ਕਲਾਸ ਦੇ ਵਿੱਚ ਵੀ ਟੌਪਿਕ ਆਉਣਗੇ, ਜਿੱਥੇ ਜਾ ਕੇ ਇਸ ਜੋ ਟੌਪਿਕ ਹੈ ਪੋਲੈਰਿਟੀ ਆਫ ਬੌਂਡਸ, ਇਸ ਦੀ ਜ਼ਰੂਰਤ ਪਵੇਗੀ ਤੁਹਾਨੂੰ। ਸੋ ਪਤਾ ਹੋਣਾ ਚਾਹੀਦਾ ਸਾਨੂੰ ਕਿ ਕੋਈ ਵੀ ਕੰਪਾਊਂਡ ਜੋ ਹੈ ਉਹਦੀ ਪੋਲੈਰਿਟੀ ਕਿੰਨੀ ਹੈ, ਜਾਂ ਉਹ ਪੋਲਰ ਹੈ ਜਾਂ ਨੋਨ ਪੋਲਰ ਹੈ ਕੰਪਾਊਂਡ। ਪੋਲੈਰਿਟੀ ਕਹਿ ਕਿਹਨੂੰ ਦਿੰਦੇ ਆਪਾਂ, ਇਹ ਵੀ ਆਪਾਂ ਇੱਥੇ ਡਿਸਕਸ ਕਰਾਂਗੇ ਕਿ ਪੋਲੈਰਿਟੀ ਕੀ ਹੁੰਦੀ ਹੈ। ਸੋ ਜੋ ਤੁਸੀਂ ਕੋਵੈਲੈਂਟ ਬੌਂਡ ਡਿਸਕਸ ਕੀਤੇ ਆ, ਇਹ ਕੋਵੈਲੈਂਟ ਬੌਂਡ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਪੋਲਰ ਕੋਵੈਲੈਂਟ ਬੌਂਡ ਹੁੰਦੇ, ਇੱਕ ਨੋਨ ਪੋਲਰ ਕੋਵੈਲੈਂਟ ਬੌਂਡ ਹੁੰਦੇ ਆ। ਪੋਲਰ ਮੀਨਸ ਜਿੱਥੇ ਕੋਈ ਇੱਕ ਐਲੀਮੈਂਟ ਇਲੈਕਟ੍ਰੋਨੈਗੇਟਿਵ ਹੋਵੇ ਤੇ ਦੂਜਾ ਐਲੀਮੈਂਟ ਇਲੈਕਟ੍ਰੋ ਪੋਜ਼ਿਟਿਵ ਹੋਵੇ, ਉਹਨਾਂ ਦੇ ਵਿਚਕਾਰ ਜਿਹੜਾ ਬੌਂਡ ਬਣਿਆ ਹੁੰਦਾ ਸ਼ੇਅਰਿੰਗ ਆਫ ਇਲੈਕਟ੍ਰੋਨ ਦੇ ਨਾਲ, ਉਹਨੂੰ ਪੋਲਰ ਕੋਵੈਲੈਂਟ ਬੌਂਡ ਦਾ ਨਾਮ ਦਿੱਤਾ ਜਾਂਦਾ ਹੈ। ਤੇ ਜਿੱਥੇ ਦੋ ਐਲੀਮੈਂਟਸ ਆਪਸ ਦੇ ਵਿੱਚ ਉਹਨਾਂ ਨੇ ਸ਼ੇਅਰਿੰਗ ਦੇ ਨਾਲ ਬੌਂਡ ਬਣਾਇਆ ਹੋਇਆ, ਕੋਵੈਲੈਂਟ ਬੌਂਡ ਬਣਾਇਆ ਹੋਇਆ, ਬਟ ਉਹਨਾਂ ਦੇ ਵਿੱਚ ਕੋਈ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਨਹੀਂ ਹੈ, ਇਲੈਕਟ੍ਰੋਨੈਗੇਟਿਵਿਟੀ ਸੇਮ ਹੈ ਦੋਨਾਂ ਦੀ। ਸੋ ਇਹੋ ਜਿਹੇ ਜਿਹੜੇ ਬੌਂਡਸ ਹੁੰਦੇ ਆ ਉਹਨਾਂ ਨੂੰ ਨੋਨ ਪੋਲਰ ਕੋਵੈਲੈਂਟ ਬੌਂਡਸ ਦਾ ਨਾਮ ਦਿੱਤਾ ਜਾਂਦਾ ਹੈ। ਤੇ ਉਹ ਕੰਪਾਊਂਡ ਜਿਨ੍ਹਾਂ ਦੇ ਵਿੱਚ ਪੋਲਰ ਕੋਵੈਲੈਂਟ ਬੌਂਡ ਹੁੰਦਾ ਉਹਨਾਂ ਨੂੰ ਪੋਲਰ ਮੋਲੀਕਿਊਲਸ, ਤੇ ਜਿਨ੍ਹਾਂ ਦੇ ਵਿੱਚ ਨੋਨ ਪੋਲਰ ਕੋਵੈਲੈਂਟ ਬੌਂਡ ਹੁੰਦਾ ਉਹਨਾਂ ਨੂੰ ਨੋਨ ਪੋਲਰ ਮੋਲੀਕਿਊਲਸ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਸੇ ਨੂੰ ਪੋਲੈਰਿਟੀ ਕਹਿ ਦਿੰਦੇ ਆਪਾਂ, ਕਿ ਜਿਹੜਾ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਹੈ ਐਲੀਮੈਂਟਸ ਦਾ ਆਪਸ ਦੇ ਵਿੱਚ, ਦੈਟ ਇਜ਼ ਕਾਲਡ ਪੋਲੈਰਿਟੀ। ਜੇ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਜ਼ਿਆਦਾ ਹੈ ਤਾਂ ਪੋਲੈਰਿਟੀ ਜ਼ਿਆਦਾ। ਜੇ ਐਲੀਮੈਂਟਸ ਜਿਨ੍ਹਾਂ ਨੇ ਆਪਸ 'ਚ ਬੌਂਡ ਬਣਾਇਆ ਹੋਇਆ ਉਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਘੱਟ ਹੈ, ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਘੱਟ ਹੈ, ਤਾਂ ਇਹਦਾ ਮਤਲਬ ਪੋਲੈਰਿਟੀ ਵੀ ਉਹਨਾਂ ਦੀ ਘੱਟ ਹੈ। ਤੇ ਪੋਲੈਰਿਟੀ ਜਿੰਨੀ ਜ਼ਿਆਦਾ ਹੁੰਦੀ ਹੈ ਉਨੀ ਰਿਐਕਟੀਵਿਟੀ ਵੀ ਉਸ ਕੰਪਾਊਂਡ ਦੀ ਜ਼ਿਆਦਾ ਹੁੰਦੀ ਹੈ। ਇਹ ਅੱਗੇ ਜਾ ਕੇ ਟੌਪਿਕ ਤੁਸੀਂ ਡਿਸਕਸ ਕਰੋਗੇ। ਸੋ ਪਹਿਲਾਂ ਇੱਥੇ ਪੋਲੈਰਿਟੀ ਆਫ ਬੌਂਡਸ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਦ ਐਗਜ਼ਿਸਟੈਂਸ ਆਫ ਏ 100% ਆਇਨਿਕ ਬੌਂਡ ਔਰ ਏ ਕੋਵੈਲੈਂਟ ਬੌਂਡ ਰੀਪ੍ਰਜੈਂਟਸ ਐਨ ਆਈਡੀਅਲ ਸਿਚੁਏਸ਼ਨ। ਕਹਿੰਦੇ ਜੇਕਰ ਕੋਈ ਵੀ ਆਇਨਿਕ ਬੌਂਡ ਹੈ, ਜੇ ਬਿਲਕੁਲ ਉਹ 100% ਆਇਨਿਕ ਹੈ, ਜਾਂ ਫਿਰ ਕੋਵੈਲੈਂਟ ਬੌਂਡ ਹੈ ਉਹ ਬਿਲਕੁਲ 100% ਕੋਵੈਲੈਂਟ ਹੈ, ਤਾਂ ਇਟ ਮੀਨਸ ਕਹਿੰਦੇ ਇਹੋ ਜਿਹੀ ਸਿਚੁਏਸ਼ਨ ਨੂੰ ਤਾਂ ਆਪਾਂ ਆਈਡੀਅਲ ਸਿਚੁਏਸ਼ਨ ਦਾ ਨਾਮ ਦੇ ਦਿੰਦੇ ਹਾਂ। ਬਟ ਜਦ ਕਿ ਐਕਚੁਅਲ ਦੇ ਵਿੱਚ, ਰਿਐਲਿਟੀ ਦੇ ਵਿੱਚ ਆਈਡੀਅਲ ਸਿਚੁਏਸ਼ਨ ਜੋ ਹੈ ਉਹ ਪੋਸੀਬਲ ਨਹੀਂ ਹੁੰਦੀ। ਕੋਈ ਵੀ ਆਇਨਿਕ ਬੌਂਡ ਜਾਂ ਕੋਈ ਵੀ ਕੋਵੈਲੈਂਟ ਬੌਂਡ 100% ਆਇਨਿਕ ਤੇ ਕੋਵੈਲੈਂਟ ਨਹੀਂ ਹੋ ਸਕਦਾ। ਅੱਗੇ ਲਿਖਿਆ ਹੋਇਆ, ਹਾਊਐਵਰ ਇਨ ਰਿਐਲਿਟੀ no bond is completely covalent or completely ionic. Even in the case of covalent bond between two hydrogen atoms, there is some ionic character. ਕਹਿੰਦੇ ਜੇਕਰ ਦੋ ਹਾਈਡਰੋਜਨ ਐਟਮਸ ਸੇਮ ਨੇ ਜਿਹੜੇ, ਉਹਨਾਂ ਦੇ ਵਿਚਕਾਰ ਵੀ ਜੇਕਰ ਕਹਿੰਦੇ ਕੋਈ ਕੋਵੈਲੈਂਟ ਬੌਂਡ ਬਣਿਆ ਹੋਇਆ ਤਾਂ ਉੱਥੇ ਵੀ ਕੁਝ ਥੋੜਾ ਬਹੁਤਾ ਆਇਨਿਕ ਕਰੈਕਟਰ ਜ਼ਰੂਰ ਹੁੰਦਾ ਹੈ। When a covalent bond is formed between two similar atoms, the shared pair of electrons is equally attracted by the two atoms. ਕਹਿੰਦੇ ਜਦੋਂ ਦੋ ਸੇਮ ਐਟਮਸ ਜਿਹੜੇ ਉਹਨਾਂ ਦੇ ਵਿਚਕਾਰ ਕੋਵੈਲੈਂਟ ਬੌਂਡ ਬਣਿਆ ਹੋਵੇ ਤਾਂ ਜਿਹੜਾ ਸ਼ੇਅਰਡ ਪੇਅਰ ਇਲੈਕਟ੍ਰੋਨਸ ਦਾ, ਉਹ ਦੋਨੋਂ ਐਟਮਸ ਦੀ ਤਰਫ ਬਰਾਬਰ ਉਹਦੀ ਅਟਰੈਕਸ਼ਨ ਹੁੰਦੀ ਹੈ। ਐਜ਼ ਅ ਰਿਜ਼ਲਟ ਆਫ ਦਿਸ the electron pair is situated exactly in between two identical nuclei as shown below. ਤਾਂ ਉਸ ਸਮੇਂ ਕਹਿੰਦੇ ਫਿਰ ਜਿਹੜਾ ਆਹ ਸ਼ੇਅਰਡ ਪੇਅਰ ਹੈ, ਆ ਜਿਹੜਾ ਆਪਸ ਜਿਹਨੇ ਬੌਂਡ ਬਣਾਇਆ ਹੋਇਆ ਇਹ ਸ਼ੇਅਰਡ ਪੇਅਰ ਦੋਨਾਂ ਪਾਸਿਆਂ ਤੋਂ ਬਰਾਬਰ ਡਿਸਟੈਂਸ 'ਤੇ ਹੋਵੇਗਾ, ਕਿ ਜਿੰਨੀ ਦੂਰੀ 'ਤੇ ਇੱਧਰ ਹਾਈਡਰੋਜਨ ਉਨੀ ਦੂਰੀ 'ਤੇ ਇੱਧਰ। ਇਸੇ ਤਰ੍ਹਾਂ ਇਹ ਕਲੋਰੀਨ ਦਾ ਕਲੋਰੀਨ ਦੇ ਨਾਲ ਸ਼ੇਅਰਡ ਪੇਅਰ ਹੈ, ਆਹ ਦੋ ਇਲੈਕਟ੍ਰੋਨ ਦੇ ਵਿੱਚ, ਇੱਕ ਕਲੋਰੀਨ ਨੇ ਇੱਕ ਇਲੈਕਟ੍ਰੋਨ ਦਿੱਤਾ, ਦੂਜੇ ਕਲੋਰੀਨ ਨੇ ਦੂਜਾ ਇਲੈਕਟ੍ਰੋਨ, ਤਾਂ ਇਹ ਸ਼ੇਅਰਿੰਗ ਦੇ ਨਾਲ ਆਹ ਬੌਂਡ ਬਣਿਆ ਹੋਇਆ। ਸੋ ਜਿੰਨਾ ਇਸ ਬੌਂਡ ਤੋਂ ਡਿਸਟੈਂਸ ਇੱਧਰ ਕਲੋਰੀਨ ਐਟਮ ਦਾ, ਉਨਾ ਹੀ ਬੌਂਡ ਤੋਂ ਡਿਸਟੈਂਸ ਇੱਧਰ। ਇਸੇ ਤਰ੍ਹਾਂ F2 ਮੋਲੀਕਿਊਲ ਹੈ, ਇਹਦੇ 'ਚ ਵੀ ਸਿਮਿਲਰ ਹੈ। ਦ ਕਾਮਨ ਐਗਜ਼ਾਮਪਲਸ ਆਰ H2, O2, N2, Cl2, F2। ਸਾਰਿਆਂ ਦੇ ਵਿੱਚ ਇਹਨਾਂ ਦੇ ਵਿੱਚ ਜੋ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਹੈ ਉਹ ਸੇਮ ਹੁੰਦਾ ਹੈ। ਸੋ ਇਹ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਸਿਮਿਲਰ ਇਲੈਕਟ੍ਰੋਨੈਗੇਟਿਵਿਟੀ ਹੈ, ਫਿਰ ਸ਼ੇਅਰਿੰਗ ਦੇ ਨਾਲ ਬੌਂਡ ਬਣਿਆ ਹੋਇਆ, ਇਹਨਾਂ ਨੂੰ ਨੋਨ ਪੋਲਰ ਕੋਵੈਲੈਂਟ ਕੰਪਾਊਂਡਸ ਕਹਿ ਦਿੰਦੇ ਆ, ਜਾਂ ਸਿੰਪਲੀ ਨੋਨ ਪੋਲਰ ਕੰਪਾਊਂਡਸ ਹੋ ਗਏ ਸਾਰੇ ਦੇ ਸਾਰੇ, ਜੋ ਆ ਵੀ ਐਗਜ਼ਾਮਪਲਸ ਦਿੱਤੀਆਂ ਹੋਈਆਂ। ਅਤੇ ਇਹਨਾਂ 'ਚ ਜਿਹੜਾ ਬੌਂਡ ਬਣਿਆ ਹੁੰਦਾ ਉਸ ਬੌਂਡ ਨੂੰ ਨਾਮ ਦਿੱਤਾ ਜਾਂਦਾ ਹੈ ਨੋਨ ਪੋਲਰ ਕੋਵੈਲੈਂਟ ਬੌਂਡ। ਦ ਬੌਂਡ ਇਜ਼ ਨੋਨ ਐਜ਼ ਨੋਨ ਪੋਲਰ ਕੋਵੈਲੈਂਟ ਬੌਂਡ। On the other hand, if the atoms forming bonds are different, the electron attracting powers of the two atoms in a bond may differ.
बट जद कि दूजे पासे कहते जेकर डिफरेंट एटम्स जिहड़े ने उन्हां दे विचकार आपस च कोवलेंट बॉन्ड बनया होया तो उस समय जिहड़ी इलैक्ट्रॉन अट्रैक्टिंग पावर है दोनों एटम्स की, जे एक मान लो क्लोरीन है दूजा हाइड्रोजन है तो दोनों की इलैक्ट्रॉन अट्रैक्टिंग पावर जो है वो डिफरेंट होगी। वो कंसीक्वेंटली the shared pair will be displaced towards the atom having more electronegativity। तो उस समय कहते फिर जो शेयर्ड पेयर है हुण इत्थे दा शेयर्ड पेयर जो दोनों पासे नूं बराबर डिस्टेंस ते है, बट जेकर डिफरेंट एटम होणगे एक मान लो हाइड्रोजन है इधर क्लोरीन है तो जिहदी इलैक्ट्रोनेगेटिविटी ज़्यादा है शेयर्ड पेयर ने उस तरफ डिसप्लेस हो जाना है। जे क्लोरीन है इत्थे तो एक हाइड्रोजन है तो शेयर्ड पेयर ने क्लोरीन की तरफ चले जाना है क्योंकि क्लोरीन की इलैक्ट्रोनेगेटिविटी ज़्यादा है। आप पढ़ चुके हैं ये पिछले चैप्टर च तुसी डिस्कस किया कि जिहड़ी इलैक्ट्रोनेगेटिविटी है वो लैफ्ट टू राइट इनक्रीज होंदी जाती है, वधदी जाती है। इस करके वी हैव लर्नड इन प्रीवियस यूनिट दैट द इलैक्ट्रोनेगेटिविटी measures the tendency of an atom to attract the shared pair of electrons towards itself in a covalent bond। कहते पिछले जो चैप्टर है थर्ड चैप्टर वो तुसी ये डिस्कस किया कि जिहड़ी इलैक्ट्रोनेगेटिविटी है एक मैयर होंदी है कि किन्नी किसी एलीमेंट की अट्रैक्टिंग पावर है कि वो कोवलेंट बॉन्ड दे विच शेयर्ड पेयर ऑफ इलैक्ट्रॉन अपने वाल खिंच सकता है। सो उन्होंने ही इलैक्ट्रोनेगेटिविटी कहते हैं, तुसी पढ़ चुके हैं ये। फॉर एग्जाम्पल let us consider a molecule of HCl। कहते HCl की एग्जाम्पल ले लेने हैं। द इलैक्ट्रोनेगेटिविटीज़ ऑफ क्लोरीन एंड हाइड्रोजन आर 3 and 2.1 रिस्पैक्टिवली। मतलब क्लोरीन की 3 है, हाइड्रोजन की 2.1 है। ड्यू टू द लार्जर इलैक्ट्रोनेगेटिविटी ऑफ क्लोरीन द बॉन्डिंग पेयर विल बी अट्रैक्टेड मोर टूवर्ड्स क्लोरीन एटम। तुहानूं दस्सिया सी इत्थे कि जे मान लो इत्थे एक हाइड्रोजन एक क्लोरीन है तो शेयर्ड पेयर ने क्लोरीन वाल जाना है क्योंकि क्लोरीन की इलैक्ट्रोनेगेटिविटी ज़्यादा है। Therefore, chlorine atom will experience more negative charge around it, and the other atom will experience as if it has lost some of its negative charge। तो उस समय कहते क्लोरीन एटम जोड़ा है वो नैगेटिव चार्ज ज़्यादा जोड़ा है वो अपने उत्ते फील करेगा कि हाँ कि नैगेटिव चार्ज जो है वो ज़्यादा कर लिया। बेशक कोवलेंट बॉन्ड है, कोवलेंट बॉन्ड दे विच कोई चार्ज नहीं हुंदा, बट फिर भी जो शेयर्ड पेयर ऑफ इलैक्ट्रॉन अपने वाल खिंचा तो मतलब क्लोरीन कुछ ना कुछ अपने वाल लैके गया, मतलब हाइड्रोजन के कुछ कोलों कुछ लैके गया तो इट मीनस उत्थे क्लोरीन के उत्ते फिर नैगेटिव चार्ज आ जाता है। फुली नैगेटिव नहीं आता, समॉल नैगेटिव चार्ज आ जाता है। तो हाइड्रोजन ने अपना इलैक्ट्रॉन उधर डिसप्लेस किया, क्लोरीन लैके गया वो कोलों तो हाइड्रोजन के उत्ते भी थोड़ा जिहा फिर पॉजिटिव चार्ज जो है वो शो हो जाता है कि समॉल पॉजिटिव चार्ज उन्हें एक्सपीरियंस किया। नैक्सट due to this the chlorine end of the molecule will, इस करके कि जो क्लोरीन वाला कहते एंड है फिर मॉलिक्यूल का एक्वायर स्लाइटली नैगेटिव चार्ज। कहते फिर क्लोरीन एंड के उत्ते छोटा जा थोड़ा जा नैगेटिव चार्ज आ जाता है। एंड द हाइड्रोजन एंड विल हैव स्लाइटली पॉजिटिव चार्ज, जिवें दस्सिया तुहानूं। दीज आर रिप्रेजेंटेड एज डेल्टा नैगेटिव एंड डेल्टा पॉजिटिव। डेल्टा मीनिंग समॉल, मतलब क्लोरीन के उत्ते समॉल नैगेटिव तो हाइड्रोजन के उत्ते समॉल पॉजिटिव। क्यों? क्योंकि हाइड्रोजन ने अपना इलैक्ट्रॉन उधर शिफ्ट किया तो क्लोरीन ने उन्होंने अट्रैक्ट किया, सिर्फ इस करके कि क्लोरीन की इलैक्ट्रोनेगेटिविटी ज़्यादा है, जबकि शेयर्ड पेयर है कोवलेंट बॉन्ड है चार्ज नहीं हुंदा, बट फिर भी इलैक्ट्रोनेगेटिविटी ज़्यादा होने के करके शेयर्ड पेयर क्लोरीन की तरफ अट्रैक्ट हो गया तो वो उत्ते डेल्टा नैगेटिव समॉल नैगेटिव चार्ज तो हाइड्रोजन के उत्ते समॉल पॉजिटिव चार्ज। सच मॉलिक्यूल्स हैविंग टू अपोजिटली चार्जड पोल्स आर कॉल्ड पोलर मॉलिक्यूल्स। दस्सिया तुहानूं कि जिन्हां दे उत्ते फिर इलैक्ट्रोनेगेटिविटी का डिफरेंस हुंदा है, जां एक दे उत्ते समॉल पॉजिटिव एक दे उत्ते समॉल नैगेटिव चार्ज है, उन्होंने पोलर मॉलिक्यूल्स का नाम दिता जाता है। एंड द बॉन्ड इज़ सैड टू बी पोलर कोवलेंट बॉन्ड, तो उन्होंने फिर जो बॉन्ड बनता है उन्होंने पोलर कोवलेंट बॉन्ड का नाम दिता जाता है। इत्थे शो किया होया है कि हाइड्रोजन तो क्लोरीन है, इत्थे आ शेयर्ड पेयर है जोड़ा ये क्लोरीन की तरफ शिफ्ट हो जाता है, तो इत्थे दस्सिया होया कि फिर हाइड्रोजन के उत्ते डेल्टा पॉजिटिव समॉल पॉजिटिव चार्ज, क्लोरीन के उत्ते समॉल नैगेटिव, इस तरह भी शो करते हैं इनू। इहो जे मॉलिक्यूल्स होर भी है BrCl वाटर मॉलिक्यूल HF, ये सारे दे सारे ये पोलर मॉलिक्यूल्स होंगे। ये भी दस्सिया होया
द मैगनीट्यूड ऑफ इलैक्ट्रोनैगेटिविटी डिफरेंस रिफ्लैक्ट्स द डिग्री ऑफ पोलैरिटी कि जिन्ना ज़्यादा एलीमेंट्स की इलैक्ट्रोनैगेटिविटी का डिफरेंस ज़्यादा होना, हाइड्रोजन ते क्लोरीन की इलैक्ट्रोनैगेटिविटी का जिन्ना डिफरेंस ज़्यादा उन्नी उन्हों की डिग्री ऑफ पोलैरिटी भी ज़्यादा, मतलब पोलैरिटी उन्नी ज़्यादा, जिन्नी ज़्यादा पोलैरिटी है उन्नी रिएक्टिविटी भी ज़्यादा होंगी है। अगे लिखा होया ग्रेटर द डिफरेंस इन द इलैक्ट्रोनैगेटिविटीज़ ऑफ द एटम्स फॉर्मिंग द बॉन्ड ग्रेटर विल बी द चार्ज सैपरेशन एंड हैंस ग्रेटर विल बी द पोलैरिटी ऑफ द मॉलीक्यूल कि जिन्ना इलैक्ट्रोनैगेटिविटी च डिफरेंस ज़्यादा उन्ना चार्ज दे विच डिफरेंस ज़्यादा, चार्ज की सैपरेशन ज़्यादा तो उन्नी ही मॉलीक्यूल की पोलैरिटी भी ज़्यादा। सो जिमें इन्हां दी एग्जाम्पल लईए आपां तो फ्लोरीन सब तो ज़्यादा इलैक्ट्रोनैगेटिव एलीमेंट है, मीनस HF जिहड़ा इन्हां दे विचकार सब तो ज़्यादा पोलर मॉलीक्यूल है। सो अगे जाके टॉपिक तुहाडे काम आना है। अज दे लई तुहाडा इन्ने टॉपिक सही है। नैक्सट टॉपिक आपां तुहाडा नैक्सट वीडियो दे विच डिस्कस करांगे। थैंक यू।